ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਡਿਸਕਸ ਕਰਾਂਗੇ ਸਿੱਖਾਂ ਦੇ ਉਸ ਕੇਂਦਰ ਸਥਾਨ ਬਾਰੇ ਜਿਸ ਨੂੰ ਤਿੰਨ ਪਾਤਸ਼ਾਹੀਆਂ ਨੇ ਆਪ ਆਪਣੇ ਹੱਥੀਂ ਬਣਵਾਇਆ, ਆਪਣੀ ਨਿਗਰਾਨੀ ਹੇਠ ਉਸ ਦੀ ਸਾਰੀ ਉਸਾਰੀ ਕਰਵਾਈ। ਹਾਂਜੀ, ਅੱਜ ਅਸੀਂ ਡਿਸਕਸ ਕਰਾਂਗੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਨਾਲ ਅਸੀਂ ਗੁਰਬਾਣੀ ਦੇ ਆਧਾਰ ਤੇ ਵਿਚਾਰਾਂਗੇ ਕਿ ਉਹ ਜਿਹੜਾ ਗੁਰਦੁਆਰਾ ਹੈ ਜਿਸ ਨੂੰ ਅਸੀਂ ਸਿੱਖਾਂ ਦਾ ਤੀਰਥ ਸਥਾਨ ਵੀ ਕਹਿੰਦੇ ਆ, ਉਸ ਦੇ ਅੰਦਰ ਕਿਹੜਾ ਭੇਦ ਲੁਕਿਆ ਹੈ, ਕੀ ਲੋੜ ਪਈ ਸੀ ਗੁਰੂ ਸਾਹਿਬ ਨੂੰ ਉਸ ਗੁਰਦੁਆਰੇ ਦੀ ਉਸਾਰੀ ਕਰਾਉਣ ਲਈ ਤੇ ਸਾਨੂੰ ਕੀ ਸੁਨੇਹਾ ਦੇਣਾ ਚਾਹ ਰਹੇ ਨੇ ਗੁਰੂ ਸਾਹਿਬ ਜੀ ਉਸ ਮਾਡਲ ਦੇ ਜ਼ਰੀਏ, ਉਸ ਮੁਕਤੀ ਦੇ ਮੈਪ ਦੇ ਜ਼ਰੀਏ। ਆਓ ਵਿਚਾਰ ਕਰਦੇ ਹਾਂ ਇਸ ਮੁਕਤੀ ਦੇ ਨਕਸ਼ੇ ਨੂੰ ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਖਿੱਚ ਕੇ ਦਿੱਤਾ ਸੀਗਾ ਤੇ ਅਸੀਂ ਇੱਥੇ ਕੇਵਲ ਮੱਥੇ ਟੇਕਣ ਤੱਕ ਹੀ ਸੀਮਿਤ ਹਾਂ, ਪਰ ਨਾ ਸਾਨੂੰ ਹਜੇ ਤੱਕ ਕਿਸੇ ਨੇ ਬੁਝਾਇਆ, ਨਾ ਕਿਸੇ ਪ੍ਰਚਾਰਕ ਨੇ ਸਾਨੂੰ ਸਮਝਾਇਆ ਕਿ ਇਹ ਕਿਵੇਂ ਮੁਕਤੀ ਦਾ ਨਕਸ਼ਾ ਹੈ। ਪਰ ਜਿਹੜਾ ਮਨ ਪਰਮਾਤਮਾ ਨੂੰ ਮਿਲਣ ਦੀ ਤੜਪ ਰੱਖਦਾ ਹੈ, ਫਿਰ ਪਰਮਾਤਮਾ ਕਿਰਪਾ ਕਰਕੇ ਉਸ ਨੂੰ ਇਹੋ ਜਿਹੇ ਗੁਰਮੁਖਾਂ ਦਾ ਜਾਂ ਇਹੋ ਜਿਹੀ ਸੰਗਤ ਦਾ ਮੇਲ ਕਰਾਂਦਾ ਜਿੱਥੇ ਜਾ ਕੇ ਅਸੀਂ ਉਸ ਪਰਮੇਸ਼ਰ ਦਾ ਮਿਲਾਪ ਕਰਦੇ ਹਾਂ ਤੇ ਉਸ ਮੁਕਤੀ ਦੇ ਰਸਤੇ ਨੂੰ ਜਿਸ ਨੂੰ ਅਸੀਂ ਭੁੱਲ ਗਏ ਹਾਂ, ਅਸੀਂ ਮੁੜ ਯਾਦ ਕਰਦੇ ਹਾਂ ਤੇ ਉਸ ਮਾਰਗ ਤੇ ਚੱਲ ਕੇ ਅਸੀਂ ਪਰਮੇਸ਼ਰ ਨੂੰ ਪਛਾਣ ਕੇ ਉਸ ਦੇ ਵਿੱਚ ਆਪਣੀ ਜੋਤ ਦੇ ਵਿੱਚ ਰਲਾ ਸਕਦੇ ਹਾਂ ਤੇ ਸਦਾ ਲਈ ਇਸ ਆਣ ਜਾਣ ਦੇ ਗੇੜੇ ਚੋਂ ਬਚ ਸਕਦੇ ਹਾਂ। ਆਓ ਪਿਆਰਿਓ, ਅਸੀਂ ਹੁਣ ਵਿਚਾਰ ਸ਼ੁਰੂ ਕਰਦੇ ਹਾਂ। ਮੰਨ ਲਓ ਕਿ ਇਹ ਮੁਖ ਹੈ ਜਿਸ ਦਾ ਮੁਖ ਪਰਮੇਸ਼ਰ ਵੱਲ ਹੈ, ਉਸ ਅਕਾਲ ਦੇ ਵੱਲ ਹੈ, ਪਰ ਉਸ ਅਕਾਲ ਨੂੰ ਆਪਾਂ ਭੁੱਲ ਗਏ। ਉਸ ਪਰਮੇਸ਼ਰ ਨੂੰ ਸੰਸਾਰ ਦੇ ਵਿੱਚ ਆਪਾਂ ਆ ਕੇ ਭੁੱਲ ਗਏ, ਸਾਡੀ ਲਿਵ ਟੁੱਟ ਗਈ, ਜਿਸ ਦੇ ਕਾਰਨ ਲਾਗੇ ਵਸਦੇ ਜਾਂ ਨੇੜੇ ਵਸਦੇ ਜਾਂ ਕਹਿ ਲਓ ਸਾਹਮਣੇ ਵਸਦੇ ਨਿਰੰਕਾਰ ਨੂੰ, ਅਕਾਲ ਨੂੰ ਅਸੀਂ ਨਹੀਂ ਦੇਖ ਰਹੇ, ਪਰ ਅਸੀਂ ਸੱਜੇ ਵੀ ਚੱਲਦੇ ਹਾਂ, ਖੱਬੇ ਵੀ ਚੱਲਦੇ ਹਾਂ, ਵਿਚਾਲੇ ਵੀ ਚੱਲਦੇ ਹਾਂ, ਪਰ ਸਾਹਮਣੇ ਵਸਦੇ ਨਿਰੰਕਾਰ ਨੂੰ ਨਹੀਂ ਦੇਖਦੇ। ਆਪਣਾ ਘਰ ਛੱਡ ਕੇ ਅਸੀਂ ਦੂਸਰੇ ਦੇ ਘਰ ਜਾ ਵੜਦੇ ਹਾਂ। ਇਹ ਸਾਡਾ ਮੁਖ ਹੈ ਜੋ ਪਰਮੇਸ਼ਰ ਦੇ ਵੱਲ ਹੈ, ਸਿੱਧਾ ਹੈ, ਸਾਹਮਣੇ ਹੈ। ਹਰ ਕੋਈ ਆਪਣੇ ਮੁਖ ਦੇ ਨਾਲ ਸਾਹਮਣੇ ਦੇਖਦਾ ਹੈ। ਜੇਕਰ ਅਸੀਂ ਇਸ ਨੂੰ ਮੰਨ ਕੇ ਚੱਲੀਏ ਸਾਡਾ ਮੁਖ ਸਾਹਮਣੇ ਦੇਖ ਰਿਹਾ ਹੈ ਤੇ ਫਿਰ ਇਹ ਮੁਖ ਦਾ ਸੱਜਾ ਪਾਸਾ ਹੋਏਗਾ, ਇਹ ਖੱਬਾ ਪਾਸਾ ਹੋਏਗਾ ਤੇ ਇਹ ਵਿਚਕਾਰਲਾ। ਤੁਸੀਂ ਦੇਖੋਗੇ ਜਿਹੜਾ ਸੱਜਾ ਪਾਸਾ ਹੈ ਇਸ ਨੂੰ ਕਿਹਾ ਗਿਆ ਹੈ ਤਮੋਗੁਣ। ਤਮੋਗੁਣ ਹੁੰਦਾ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ, ਦੁਵੈਤ, ਚੁਗਲੀ, ਦੁਬਿਧਾ, ਈਰਖਾ, ਹਉਮੈ, ਵੈਰ, ਵਿਰੋਧ, ਨਫ਼ਰਤ, ਲੜਾਈ, ਝਗੜੇ, ਲੋਕ ਲੱਜਾ ਆਦਿਕ ਜਿੰਨੇ ਵੀ ਅਵਗੁਣ ਨੇ ਉਹ ਇਸ ਤਮੋਗੁਣ ਤੇ ਵਰਤਦੇ ਨੇ, ਜਿਹੜਾ ਸਾਡੇ ਮੁਖ ਦਾ ਸੱਜਾ ਪਾਸਾ ਹੈ। ਤੇ ਜਿਹੜਾ ਇਹ ਖੱਬਾ ਦੁਆਰ ਹੈ, ਖੱਬੇ ਵਾਲੇ ਪਾਸੇ ਨੂੰ ਕਿਹਾ ਗਿਆ ਹੈ ਰਜੋਗੁਣ। ਇੱਥੇ ਜੋ ਮਨ ਹੈ, ਜਿਸ ਮਨ ਨੇ ਹਜੇ ਆਪਣਾ ਆਪ ਨਹੀਂ ਬੁੱਝਿਆ, ਤਸਵੀਰ ਦੇ ਵਿੱਚ ਜੋ ਮਨ ਦਿਖਾਇਆ ਗਿਆ ਹੈ ਉਹ ਹਰਿਮੰਦਰ ਹੈ। ਇਹ ਉਹ ਮਨ ਹੈ ਜਿਸ ਨੇ ਆਪਣੇ ਆਪ ਨੂੰ ਬੁੱਝ ਲਿਆ। ਲੈਟਸ ਸੇ ਅਸੀਂ ਅਜੇ ਮੰਨ ਕੇ ਚੱਲਦੇ ਹਾਂ ਕਿ ਸਾਡਾ ਉਹ ਮਨ ਹੈ ਜਿਸ ਨੇ ਇਸ ਨੂੰ ਆਪਣੇ ਆਪ ਨੂੰ ਹਜੇ ਨਹੀਂ ਬੁੱਝਿਆ ਤੇ ਉਸ ਦਾ ਜਿਹੜਾ ਖੱਬਾ ਵਾਲਾ ਪਾਸਾ ਹੋਵੇਗਾ ਉਹ ਹੋਵੇਗਾ ਰਜੋਗੁਣ। ਰਜੋਗੁਣ ਵਿੱਚ ਜਿਹੜੇ ਜੀਵ ਵਿਚਰਦੇ ਆ ਉਹਨਾਂ ਦੇ ਮਨ ਦੇ ਅੰਦਰ ਜੋ ਫੁਰਨੇ ਚੱਲਦੇ ਹੈ ਉਹ ਹੁੰਦੇ ਨੇ ਆਸ਼ਾਵਾਂ, ਅਭਿਲਾਸ਼ਾਵਾਂ, ਤ੍ਰਿਸ਼ਨਾ, ਗ੍ਰਸਤ ਦੀਆਂ ਵਿਚਾਰਾਂ, ਸੰਸੇ, ਡਰ, ਭਰਮ, ਚਿੰਤਾ, ਫਿਕਰ, ਫੁਰਨੇ, ਡਿਜ਼ਾਇਰਸ, ਉਹ ਸਭ ਵਰਤਦੇ ਨੇ ਖੱਬੇ ਪਾਸੇ। ਤੇ ਸੈਂਟਰ ਵਾਲਾ ਪਾਸਾ ਜਿਸ ਨੂੰ ਕਿਹਾ ਗਿਆ ਹੈ ਸਤੋਗੁਣ, ਇਸ ਨੂੰ ਸੰਸਾਰ ਤਾਂ ਬਹੁਤ ਵਧੀਆ ਮੰਨਦਾ ਹੈ। ਆਪ ਜੀ ਦੇਖੋਗੇ ਲੰਗਰ ਹਾਲ ਵੀ ਇੱਥੇ ਹੀ ਹੈਗਾ ਵਾ, ਇਸੇ ਸਤੋਗੁਣ ਦੇ ਰਸਤੇ ਤੇ ਲੰਗਰ ਹਾਲ ਵੀ ਹੈ ਸੈਂਟਰ ਪੁਆਇੰਟ ਤੇ ਇਹਦੇ ਵਿੱਚ ਜਿਹੜੀਆਂ ਵਿਚਾਰਾਂ ਮਨ ਦੇ ਅੰਦਰ ਚੱਲਦੀਆਂ ਨੇ ਉਹ ਹੁੰਦੀਆਂ ਜਸਤ ਦੀਆਂ, ਸੰਤੋਖ ਦੀਆਂ, ਨਿਮਰਤਾ ਦੀਆਂ, ਸਹਿਨਸ਼ੀਲਤਾ, ਪਰਉਪਕਾਰ, ਧਰਮ, ਪੁੰਨਦਾਨ ਜਿਹੜੇ ਸਰੀਰ ਦੇ ਤੌਰ ਤੇ ਕਰਨੇ ਤੇ ਭਲਾ ਕਰਨਾ, ਸਰੀਰਕ ਤੌਰ ਤੇ ਖਿਮਾ ਕਰਨੀ, ਤੇ ਇਹ ਹੈਗਾ ਵਾ ਸਤੋਗੁਣ ਜਿਸ ਨੂੰ ਸੰਸਾਰ ਬਹੁਤ ਵਧੀਆ ਕਹਿੰਦਾ ਹੈ। ਪਰ
ਗੁਰਬਾਣੀ ਇਸ ਨੂੰ ਵੀ ਮਾਇਆ ਕਹਿੰਦੀ ਹੈ। ਇਹ ਜੋ ਤਿੰਨ ਦੁਆਰ ਨੇ, ਤਿੰਨ ਰਸਤੇ ਜੋ ਆਪਾਂ ਸਮਝੇ ਆ, ਇਸ ਨੂੰ ਤਿੰਨ ਹਟਾਂ ਵੀ ਕਹਿ ਸਕਦੇ ਆ, ਦੁਕਾਨਾਂ ਜਿੱਥੇ ਸਾਡਾ ਜਿਹੜਾ ਮਨ ਹੈ ਉਹ ਇਹੀ ਤਿੰਨ ਵਿਚਾਰਾਂ ਲੈਂਦਾ ਹੈ। ਇੱਕ ਇਹ ਵਾਲੀ ਤਮੋ ਗੁਣ ਦੀਆਂ, ਰਜੋ ਗੁਣ ਦੀਆਂ ਤੇ ਸਤੋ ਗੁਣ ਦੀਆਂ। ਲੇਕਿਨ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਨੇ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਕੋਈ ਇੱਕ ਨਹੀਂ, ਆਲਮੋਸਟ ਸਾਰਾ ਹੀ ਸੰਸਾਰ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਸੁੱਤਾ ਪਿਆ ਹੈ। ਦਿਨ ਹੋਵੇ ਚਾਹੇ ਰਾਤ ਹੋਵੇ, ਰਾਤੀ ਤੇ ਸਾਡਾ ਜਿਹੜਾ ਮਨ ਹੈ ਜਿੱਥੋਂ ਆਇਆ ਹੈ ਉੱਥੇ ਚਲਾ ਜਾਂਦਾ ਹੈ ਤੇ ਅਸੀਂ ਇਸ ਨੂੰ ਭੁੱਲ ਜਾਂਦੇ ਹਾਂ। ਭੁੱਲ ਕੇ ਅਸੀਂ ਸੋ ਜਾਂਦੇ ਹਾਂ। ਜਦੋਂ ਸਵੇਰੇ ਵਾਪਸ ਸਾਡਾ ਜਿਹੜਾ ਮਨ ਹੈ ਉਹ ਵਾਪਸ ਆ ਕੇ ਸਾਡੀ ਦ੍ਰਿਸ਼ਟੀ ਨਾਲ, ਜੋਤ ਨਾਲ ਮਿਲਦਾ ਹੈ, ਫਿਰ ਸਾਨੂੰ ਸਾਰਾ ਖਿਆਲ ਆ ਜਾਂਦਾ ਹੈ, ਮੇਰਾ ਘਰ, ਮੇਰੇ ਮਾਤਾ ਪਿਤਾ, ਸਭ ਕੁਝ ਸਾਨੂੰ ਫਿਰ ਤੋਂ ਰਿਮਾਈਂਡ ਹੋ ਜਾਂਦਾ ਹੈ। ਲੇਕਿਨ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਨੇ ਕਿ ਸੰਸਾਰ ਤਾਂ ਕਹਿ ਰਿਹਾ ਹੈ ਕਿ ਅਸੀਂ ਉੱਠ ਗਏ, ਪਰ ਗੁਰਬਾਣੀ ਕਹਿ ਰਹੀ ਹੈ ਕਿ ਨਹੀਂ, ਸੋ ਗਿਆ। ਕਾਹਦੇ ਵਿੱਚ ਸੋ ਗਿਆ? ਉਹ ਇਨੀ ਤਿੰਨਾਂ ਗੁਣਾਂ ਦੇ ਭਰਮ ਦੇ ਵਿੱਚ ਸੋ ਗਿਆ। ਤਿੰਨ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਕਿਉਂਕਿ ਉਸਨੇ ਨੇੜੇ ਹੋ ਕੇ ਮਾਲਕ ਨੂੰ ਦੇਖਣਾ ਸੀਗਾ, ਇਹ ਮਾਲਿਕ ਨੂੰ ਨਹੀਂ ਦੇਖਿਆ, ਇਹਦਾ ਗਿਆਨ ਨਹੀਂ ਲਿਆ ਤੇ ਬਸ ਇਨੀ ਤਿੰਨਾਂ ਵਿਚਾਰਾਂ ਦੇ ਵਿੱਚ ਪੈ ਕੇ ਸੋ ਗਿਆ। ਤਮੋ ਗੁਣ ਨੂੰ ਬਿਖ ਸਾਗਰ ਵੀ ਕਿਹਾ ਗਿਆ ਹੈ, ਜਿਹਦੇ ਅੰਦਰ ਕੇਵਲ ਇਹੀ ਵਿਚਾਰ ਚੱਲਦੇ ਨੇ, ਤਮੋ ਗੁਣੀ, ਜਿਸ ਨੂੰ ਅਸੀਂ ਡਿਸਕਸ ਕੀਤਾ ਸੀਗਾ ਹਲੇ। ਉਹਦੇ ਲਈ ਇਹ ਸਾਰਾ ਬਿਖ ਸਾਗਰ ਹੈ। ਜਿਹਦੇ ਅੰਦਰ ਰਜੋ ਗੁਣੀ ਹੀ ਵਿਚਾਰ ਚੱਲਦੇ ਨੇ, ਉਹਦੇ ਲਈ ਇਹ ਸਾਰਾ ਜਿਹੜਾ ਹੈ ਅਗਨ ਸਾਗਰ ਹੈ। ਤੇ ਜਿਹਦੇ ਅੰਦਰ ਸਤੋ ਗੁਣੀ ਵਿਚਾਰ ਚੱਲਦੇ ਨੇ, ਉਹਦੇ ਲਈ ਇਹ ਸੁਖ ਸਾਗਰ ਹੈਗਾ ਤੇ ਸੁਖ ਸਾਗਰ ਹੈ। ਬਟ ਇਹ ਤਿੰਨੋਂ ਗੁਣ ਜਿਹੜੇ ਨੇ ਮਾਇਆ ਦੇ ਨੇ, ਜਿਸ ਨੂੰ ਗੁਰਬਾਣੀ ਗੁਰੂ ਸਮਝਾ ਰਹੇ ਨੇ, ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਤੇ ਹੋਰ ਗੁਰਬਾਣੀ ਗੁਰੂ ਜੀ ਸਾਨੂੰ ਸਮਝਾਣਾ ਕਰਦੇ ਨੇ, ਕਹਿੰਦੇ ਤ੍ਰੈ ਗੁਣ ਵਰਤੇ ਸਗਲ ਸੰਸਾਰਾ। ਇਹ ਸਾਰਾ ਸੰਸਾਰ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਵਿਚਰ ਰਿਹਾ ਹੈ। ਤ੍ਰੈ ਗੁਣ ਵਰਤੇ ਸਗਲ ਸੰਸਾਰਾ, ਹਉਮੈ ਵਿੱਚ ਪਤ ਖੋਈ ਹੈ। ਤੇ ਹਉਮੈ ਦੇ ਵਿੱਚ ਅਸੀਂ ਪੈਨੇ ਆ ਤੇ ਪੈ ਕੇ ਅਸੀਂ ਆਪਣੀ ਪਤ ਜਿਹੜੀ ਹੈ ਉਹ ਗਵਾ ਕੇ ਚਲੇ ਜਾਂਦੇ ਆ। ਅਸਲ ਦੇ ਵਿੱਚ ਜਿਹੜੇ ਇਹ ਤਿੰਨ ਗੁਣੀ ਜੀਵ ਹੁੰਦੇ ਨੇ, ਜਿਹੜੇ ਇਸੇ ਤਿੰਨਾਂ ਗੁਣਾਂ ਦੇ ਵਿੱਚ ਭੌਜਲ ਸਾਗਰ ਦੇ ਵਿੱਚ ਫਸੇ ਰਹਿੰਦੇ ਨੇ, ਇਨ੍ਹਾਂ ਹੀ ਵਿਚਾਰਾਂ ਦੇ ਵਿੱਚ ਫਸੇ ਰਹਿੰਦੇ ਨੇ, ਅੰਤ ਨੂੰ ਜਿਹੜਾ ਉਹਨਾਂ ਦਾ ਲੇਖਾ ਹੁੰਦਾ ਹੈ ਉਹ ਸੱਜੇ ਪਾਸੇ ਹੁੰਦਾ ਹੈ। ਉਹਨਾਂ ਨੂੰ ਸੱਜੇ ਪਾਸੇ ਹੀ ਜਾਣਾ ਪੈਂਦਾ ਹੈ, ਉਹ ਸਾਹਮਣੇ ਮਾਲਕ ਦੇ ਵਿੱਚ ਨਹੀਂ ਸਮਾਉਂਦੇ। ਤੇ ਇਹ ਜਿਹੜਾ ਸੱਜਾ ਪਾਸਾ ਹੈ, ਤੁਸੀਂ ਦੇਖੋਗੇ ਇਹਦੇ ਵਿੱਚ ਦੋ ਨਿਸ਼ਾਨ ਸਾਹਿਬ ਬਣੇ, ਵਿੱਚ ਕ੍ਰੋਸ ਲਾਇਆ ਹੋਇਆ ਹੈ। ਤੇ ਇਹ ਹੈਗਾ ਹੈ ਧਰਮਰਾਜ ਵਾਲਾ ਪਾਸਾ, ਜਿੱਥੇ ਜਾਣ ਨੂੰ ਗੁਰੂ ਸਾਹਿਬ ਨੇ ਸਾਨੂੰ ਮਨਾ ਕੀਤਾ ਹੀ ਕਿ ਤੁਸੀਂ ਆਪਣੇ ਧਿਆਨ ਰਾਹੀਂ ਸੱਜੇ ਪਾਸੇ ਨਹੀਂ ਵਿਚਰਨਾ, ਧਿਆਨ ਰਾਹੀਂ ਕੇਵਲ ਮਾਲਕ ਦੇ ਵਿੱਚ ਹੀ ਸਮਾਉਣਾ ਹੈ, ਮਾਲਕ ਨੂੰ ਹੀ ਨੇੜੇ ਦੇਖਣਾ ਹੈ। ਨੇੜੇ ਦੇਖੋ ਪਾਰ ਬ੍ਰਹਮ, ਇੱਕ ਨਾਮ ਤੇ ਆਵੋ, ਜੋ ਠਾਕੁਰ ਸਦਾ ਸਦਾ ਹਜੂਰੇ, ਤਾਂ ਕੋ ਅੰਧਾ ਜਾਣਾ ਦੂਰੇ। ਤੇ ਅਸੀਂ ਜਿਹੜਾ ਹੈ ਉਹ ਸਾਹਮਣੇ ਵਸਦੇ ਠਾਕੁਰ ਨੂੰ ਭੁੱਲ ਗਏ, ਨੇੜੇ ਵਸਦੇ ਠਾਕੁਰ ਨੂੰ ਅਸੀਂ ਭੁੱਲ ਗਏ ਤੇ ਅਸੀਂ ਇਸੇ ਤਿੰਨਾਂ ਗੁਣਾਂ ਦੇ ਵਿੱਚ ਪੈ ਗਏ। ਤੇ ਪੈਣ ਦੇ ਬਾਅਦ ਜਦੋਂ ਸਾਨੂੰ ਮੌਤ ਆਉਂਦੀ ਹੈ, ਸਾਡਾ ਜਿਹੜਾ ਮਨ ਹੈ ਉਸ ਮਨ ਦਾ ਲੇਖਾ ਜੋਖਾ ਜਿਹੜਾ ਹੈ ਉਹ ਧਰਮ ਰਾਏ ਕਰਦਾ ਹੈ। ਧਰਮ ਰਾਏ ਇਹ ਸੱਜੇ ਪਾਸੇ ਨੂੰ ਅਸੀਂ ਚਲੇ ਜਾਂਦੇ ਹਾਂ, ਮਾਲਕ ਦੇ ਸਾਹਮਣੇ ਪੇਸ਼ ਹੀ ਨਹੀਂ ਹੋਣ ਦਿੱਤਾ ਜਾਂਦਾ ਸਾਨੂੰ। ਤੇ ਸੱਜੇ ਪਾਸੋਂ ਜਾ ਕੇ ਅਸੀਂ ਮੁੜ ਵਾਪਿਸ ਇਸੇ ਸੰਸਾਰ ਦੇ ਵਿੱਚ ਆ ਜਾਂਦੇ ਆ, ਜਿਸ ਨੂੰ 84 ਦਾ ਗੇੜਾ ਵੀ ਕਿਹਾ ਗਿਆ ਹੈ। ਹੁਣ ਇੱਥੇ ਜਿਹੜਾ ਪੁੰਨਦਾਨ ਦੇ ਵਿੱਚ ਪਿਆ ਹੋਇਆ ਜੀਵ ਹੈ, ਸੋਚਦਾ ਹੈ ਕਿ ਮੈਂ ਪੁੰਨਦਾਨ ਕਰ ਰਿਹਾ ਹਾਂ, ਗੁਰਦੁਆਰੇ ਜਾ ਰਿਹਾ, ਭੇਟਾ ਦੇ ਰਿਹਾ, ਮੈਂ ਪੈਸਾ ਦਿੱਤਾ ਹੈ, ਦਾਨ ਪੁੰਨ ਕੀਤਾ ਹੈ। ਹੋਰ ਗੁਰਬਾਣੀ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ। ਜਿੰਨੇ ਵੀ ਪੁੰਨਦਾਨ ਬੀਜ ਰਹੇ ਹੋ, ਕੋਈ ਪਾਪ ਕਰਦਾ ਹੈ, ਕੋਈ ਪੁੰਨ ਖੱਟਦਾ ਹੈ ਸਰੀਰਕ ਤੌਰ ਤੇ, ਉਹ ਸਾਰੇ ਕਿੱਥੇ ਜਾਣੇ ਆ? ਧਰਮਰਾਜ ਦੇ ਕੋਲ ਜਾਣੇ ਆ। ਧਰਮਰਾਜ ਦੇ ਕੋਲ ਜਾਏਗਾ ਤੇ ਧਰਮਰਾਜ ਕੀ ਕਰੇਗਾ? ਉਹਦਾ ਲੇਖਾ ਜੋਖਾ ਕਰੇਗਾ। ਪੁੰਨ ਜ਼ਿਆਦਾ ਹੋਣਗੇ ਤੇ ਉਸ ਨੂੰ ਵਾਪਿਸ ਸੰਸਾਰ ਦੇ ਵਿੱਚ ਭੇਜੇਗਾ, ਕਿਸੇ ਐਸੀ ਜੂਨੀ ਦੇ ਵਿੱਚ ਭੇਜ ਦੇਗਾ ਜਿੱਥੇ ਸਰੀਰ ਨੂੰ ਕਸ਼ਟ ਨਾ ਦੇ ਬਰਾਬਰ ਹੋਣਗੇ। ਪਰ ਜੋ ਪਾਪ ਜ਼ਿਆਦਾ ਬੀਜੇਗਾ ਉਸ ਨੂੰ ਵੀ ਇਸੇ ਰਸਤੇ ਤੇ ਜਾਣਾ ਪਵੇਗਾ, ਮੁੜ ਸੰਸਾਰ ਦੇ ਭੌਜਲ ਸਾਗਰ ਦੇ ਵਿੱਚ ਆਣਾ ਪਵੇਗਾ। ਇੱਥੇ ਉਸ ਨੂੰ ਉਹ ਸਰੀਰ ਦਿੱਤਾ ਜਾਏਗਾ ਜਿਸ ਦੇ ਵਿੱਚ ਉਸ ਨੂੰ ਕਸ਼ਟ ਸਭ ਤੋਂ ਜ਼ਿਆਦਾ ਹੋਣਗੇ ਤੇ ਉਹ ਸਰੀਰ ਨੂੰ ਲੱਗਿਆ ਹੋਇਆ ਦੁੱਖ ਉਹਦੇ ਮਨ ਤੱਕ ਪਹੁੰਚੇਗਾ, ਜਿਸ ਦੀ ਉਹਨੂੰ ਸਜ਼ਾ ਲੱਗੇਗੀ। ਹੁਣ ਆਪਾਂ ਇਸ ਰਸਤੇ ਨੂੰ ਭੁੱਲ ਗਏ ਹਾਂ, ਜਿਸ ਨੂੰ ਗੁਰਬਾਣੀ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਨੇ। ਕਹਿੰਦੇ ਨੇ ਕਿ ਪੰਥਾ ਪ੍ਰੇਮ ਨਾ ਜਾਣੇ, ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੇ ਪਾਉਂਦੇ ਨਰਕ ਅੰਧਾਰ। ਇਹ ਰਸਤਾ ਭੁੱਲ ਗਏ, ਇਹ ਭੁੱਲ ਕੇ ਅਸੀਂ ਇੱਧਰ ਚਲੇ ਗਏ। ਇੱਧਰ ਜਾਣ ਦੇ ਬਾਅਦ ਸਾਨੂੰ ਨਰਕ ਅੰਧੇਰੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਹੁਣ ਪਿਆਰਿਓ, ਕਰਨਾ ਕੀ ਸੀਗਾ?
ਹੁਣ ਇਹ ਉਹ ਮਨ ਹੈ ਜਿਸ ਮਨ ਨੇ ਆਪਣੇ ਆਪ ਨੂੰ ਬੁੱਝ ਲਿਆ, ਆਪਣੇ ਆਪ ਨੂੰ ਜਾਣ ਲਿਆ, ਜਿਸ ਮਨ ਨੇ ਆਪੇ ਦੀ ਪਛਾਣ ਕਰ ਲਈ ਹੈ। ਤੇ ਉਹ ਜਿਹੜਾ ਮਨ ਹੈ ਉਹ ਕੀ ਬਣ ਜਾਂਦਾ ਹੈ? ਉਹ ਮਨ ਜਿਹੜਾ ਹੈ ਹਰੀ ਦਾ ਮੰਦਰ ਬਣ ਜਾਂਦਾ ਹੈ, ਜਿਸ ਨੂੰ ਗੁਰਬਾਣੀ ਕਹਿੰਦੇ ਹੈ ਕਿ ਹਰਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਮਨਮੁਖ ਮੂਲ ਨਾ ਜਾਣਨੀ, ਮਾਨਸ ਹਰਮੰਦਰ ਨਾ ਹੋਏ। ਕਿ ਹਰਮੰਦਰ ਉਹ ਮਾਨਸ ਨਹੀਂ ਬਣਦਾ, ਉਹ ਜਿਹੜਾ ਸਰੀਰ ਜਿਹੜਾ ਸਾਡਾ ਹੈ 10 ਦਵਾਰਾਂ ਦਾ ਹੈ। 10ਵਾਂ ਦਵਾਰ ਗੁਪਤ ਹੈ, ਉਹ ਗੁਪਤ ਹੋਇਆ ਦਵਾਰ ਜਦੋਂ ਸਾਹਮਣੇ ਪ੍ਰਗਟ ਹੋ ਜਾਂਦਾ ਹੈ, ਉਸ ਕੰਚਨ ਕਾਇਆ ਨੂੰ ਕਿਹਾ ਗਿਆ ਹੈ ਇਹ ਸਰੀਰ ਹਰਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਉਹਦੇ ਅੰਦਰ ਗਿਆਨ ਦਾ ਰਤਨ ਪ੍ਰਗਟ ਹੁੰਦਾ ਹੈ। ਇਹ ਸਾਡੇ ਅਸਲ ਦੇ ਵਿੱਚ ਕੀ ਹੈ? ਇਹ ਸਾਡੇ ਨੇਤਰ ਹੈ, ਕਿਉਂਕਿ ਨੇਤਰਾਂ ਦੇ ਵਿੱਚ ਹੀ ਮਨ ਵਸਦਾ ਹੈ। ਕਿਵੇਂ ਵਸਦਾ ਹੈ? ਅਸੀਂ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਕੀ ਹੈ? ਜੋਤ ਦੇ ਨਿਆਈ ਹੈ। ਤੇ ਜੋਤ ਪਰਮੇਸ਼ਰ ਨੇ ਕਿੱਥੇ ਰੱਖੀ ਹੈ? ਜਿਸ ਨੂੰ ਗੁਰਬਾਣੀ ਗੁਰੂ ਸਾਨੂੰ ਸਮਝਾਉਣਾ ਕਰਦੇ ਨੇ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਤੇ ਸਰੀਰ ਦੇ ਵਿੱਚ ਕਿੱਥੇ ਜੋਤ ਰੱਖੀ ਹੈ? ਗੁਰੂ ਸਾਹਿਬ ਸਮਝਾਉਂਦੇ ਨੇ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ। ਸਾਨੂੰ ਹੁਕਮ ਕੀਤਾ ਗਿਆ ਕਿ ਹਰੀ ਦੇ ਬਿਨਾ ਕੋਈ ਹੋਰ ਨਹੀਂ ਦੇਖਣਾ, ਪਰ ਅਸੀਂ ਸਾਹਮਣੇ ਵਸਦੇ ਹਰੀ ਨੂੰ ਭੁੱਲ ਗਏ। ਇਹ ਸਾਡੇ ਨੱਕ ਦੇ 2 ਰਸਤੇ ਸੀਗਾ ਜਿੱਥੋਂ ਆਪਾਂ ਸਵਾਸ ਲੈਂਦੇ ਹਾਂ। ਤੁਸੀਂ ਦੇਖੋਗੇ ਖੱਬੇ ਪਾਸੇ ਹੀ ਸਾਨੂੰ ਪ੍ਰਸ਼ਾਦ ਮਿਲਦਾ ਹੈ। ਜੇਕਰ ਅਸੀਂ ਆਪਣੇ ਮਨ ਦੀ ਜੋਤ ਪ੍ਰਗਟ ਕਰ ਲੈਂਦੇ ਹਾਂ, ਮਨ ਨੂੰ ਬੁੱਝ ਲੈਂਦੇ ਹਾਂ, ਆਪਣੇ ਆਪ ਦੀ ਪਛਾਣ ਕਰ ਲੈਂਦੇ ਹਾਂ, ਫਿਰ ਸਾਨੂੰ ਇਹ ਪ੍ਰਸ਼ਾਦ ਮਿਲਦਾ ਹੈ। ਕਿਹੜਾ ਪ੍ਰਸ਼ਾਦ? ਗੁਰ ਦਾ ਪ੍ਰਸ਼ਾਦ, ਜਿਹਦੇ ਨਾਲ ਸਾਹਮਣੇ ਮਾਲਕ ਪ੍ਰਗਟ ਹੁੰਦਾ ਹੈ। ਜੇਕਰ ਅਸੀਂ ਨਹੀਂ ਬੁੱਝਦੇ ਤੇ ਉਸ ਨੂੰ ਫਿਰ ਧਰਮਰਾਜ ਵਾਲੇ ਪਾਸੇ ਤੇ ਜਾਣਾ ਪੈਂਦਾ ਹੈ। ਤੇ ਪਿਆਰਿਓ, ਇਹ ਹੈ ਸਾਰਾ ਧਰਮ ਜਿਹੜਾ ਵੀ ਆਪਾਂ ਹੁਣ ਤੱਕ ਵਿਚਾਰਿਆ। ਇਹ ਸਾਡੀ ਸਾਰੀ ਖੇਡ ਜਿਹੜੀ ਹੈ ਮਨ ਦੇ ਪਰਥਾਏ ਨੇ। ਗੁਰੂ ਸਾਹਿਬ ਕਹਿੰਦੇ ਨੇ, ਟੀ ਹਟੜੇ ਬਾਜ਼ਾਰ ਸੌਦਾ ਕਰਨ ਵੰਜਾਰਿਆ, ਸੱਚ ਵਖਰ ਜਿਨ ਲੱਦਿਆ ਸੇ ਸਚੜੇ ਪਾਸਾਰ। ਅਸੀਂ ਉਹ ਵਖਰ ਲੈ ਕੇ ਇੱਥੇ ਵੜਨਾ ਸੀ। ਇਹ ਜਿਹੜਾ ਹੈ ਡਿਓੜੀ ਸਾਹਿਬ, ਇਹ ਅਸਲ ਦੇ ਵਿੱਚ ਕੀ ਹੈ? ਪਰਮਾਤਮਾ ਦਾ ਦਰ ਹੈ, ਜਿਸ ਨੂੰ ਅਸੀਂ ਪੜ੍ਹਦੇ ਵੀ ਹਾਂ। ਜਦੋਂ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਉੱਥੇ ਆਂਦਾ ਹੈ ਸੋ ਦਰ ਕਿਹਾ ਸੋ ਘਰ ਕਿਹਾ, ਕਿਉਂਕਿ ਅਸੀਂ ਅਜੇ ਤੱਕ ਬੁੱਝਿਆ ਨਹੀਂ। ਜਪਜੀ ਸਾਹਿਬ 'ਚ ਅਸੀਂ ਪਛਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ, ਦੱਸ ਰਹੇ ਨੇ ਕਿ ਉਹ ਪਛਾਣੋ ਕਿ ਸੋ ਦਰ ਕਿਹਾ, ਉਹ ਘਰ ਕਿਹਾ ਹੈ, ਕਿਹੋ ਜਿਹਾ ਹੈ ਘਰ? ਜਿਤ ਬੈ ਸਰਬ ਸੰਭਾਲੇ। ਹੁਣ ਆਪਾਂ ਦੇਖਾਂਗੇ ਕਿ ਸਾਰਿਆਂ ਨੂੰ ਪੂਰੇ ਸੰਸਾਰ ਦੀ ਪਾਲਣਾ ਮਾਲਕ ਕਿੱਥੋਂ ਕਰ ਰਿਹਾ ਹੈ? ਇਹ ਨੱਕ ਦੇ ਰਾਹੀਂ, ਕਿਉਂਕਿ ਨੱਕ ਤੋਂ ਹੀ ਸਾਨੂੰ ਮਾਲਕ ਸਵਾਸ ਦੇ ਰਿਹਾ ਹੈ। ਚਾਹੇ ਕੋਈ ਜੀਵ ਹੈ, ਜੰਤੂ ਹੈ, ਪੰਛੀ ਹੈ, ਸਾਰਿਆਂ ਨੂੰ ਮਾਲਕ ਨੱਕ ਤੋਂ ਹੀ ਸਵਾਸ ਦੇ ਰਿਹਾ। ਅਸਲ ਦੇ ਵਿੱਚ ਇਹੀ ਪਰਮਾਤਮਾ ਦਾ ਦਰ ਹੈ। ਤੇ ਦਰ ਤੱਕ ਬਥੇਰੇ ਦੇਵੀ ਦੇਵਤਾ ਪਹੁੰਚਦੇ ਨੇ, ਪਰ ਉਹ ਇੱਥੋਂ ਤੱਕ ਹੀ ਰਹਿ ਜਾਂਦੇ ਨੇ, ਇਸ ਤੋਂ ਅੱਗੇ ਨਹੀਂ ਪਹੁੰਚ ਸਕਦੇ। ਅੱਗੇ ਉਹੀ ਪਹੁੰਚ ਸਕਦਾ ਜਿਹੜਾ ਗੁਰ ਦਾ ਗਿਆਨ ਲੈ ਕੇ ਆਪਣੇ ਆਪ ਨੂੰ ਬੁੱਝਦਾ ਹੈ। ਆਪਾਂ ਰਹਿਰਾਸ ਸਾਹਿਬ 'ਚ ਪੜ੍ਹਦੇ ਹਾਂ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਕਿਉਂਕਿ ਰਹਿਰਾਸ ਸਾਹਿਬ ਦੇ ਵਿੱਚ ਅਸੀਂ ਪਰਮਾਤਮਾ ਦੀ ਸਿਫਤ ਕਰਦੇ ਹਾਂ, ਅਸੀਂ ਇਸ ਨੂੰ ਪਛਾਣ ਲੈਂਦੇ ਹਾਂ ਦਰ ਨੂੰ, ਤੇ ਦਰ ਤੇ ਬੈਠ ਕੇ ਫਿਰ ਅਸੀਂ ਅਰਦਾਸ ਕਰਦੇ ਹਾਂ। ਕਹਿੰਦੇ ਸੋ ਦਰ ਤੇਰਾ ਕਿਹਾ, ਕਿ ਤੇਰਾ ਕਿਹੋ ਜਿਹਾ ਘਰ ਹੈ, ਉੱਥੇ ਅਸੀਂ ਇਸ ਵਡਿਆਈਆਂ ਨੂੰ ਗਾਉਂਦੇ ਹਾਂ। ਤੇ ਪਿਆਰਿਓ, ਹੁਣ ਇਸੀ ਨੂੰ ਹੀ ਚੌਥਾ ਪਦ ਕਿਹਾ ਗਿਆ ਹੈ, ਜਿਸ ਨੂੰ ਸਾਨੂੰ ਅਸਲ ਦੇ ਵਿੱਚ ਸੰਸਾਰ ਦੇ ਵਿੱਚ ਕੋਈ ਗਿਆਨ ਨਹੀਂ ਦਿੰਦਾ। ਤੇ ਇਸੀ ਨੂੰ ਹੀ ਚੌਥਾ ਪਦ ਕਿਹਾ ਗਿਆ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਹੈ ਕਿ ਕਰ ਕਿਰਪਾ ਜਿਸ ਆਪਣੇ ਨਾਮ ਲਾਏ। ਇੱਥੇ ਬੈਠੇ ਸਾਨੂੰ ਨਾਮ ਮਿਲਦਾ ਹੈ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ। ਉਸ ਦੇ ਬਾਅਦ ਅਸੀਂ ਇਸ ਮਾਲਕ ਦੇ ਘਰ ਦੇ ਵਿੱਚ ਪ੍ਰਵੇਸ਼ ਕਰ ਸਕਦੇ ਹਾਂ, ਇਸ ਨੂੰ ਬੁੱਝ ਸਕਦੇ ਹਾਂ। ਕਹਿਣ ਦਾ ਭਾਵ, ਇਹਨਾਂ ਅੱਖਾਂ ਦੇ ਰਾਹੀਂ ਅਸੀਂ ਇਸ ਮਾਲਕ ਨੂੰ ਉਦੋਂ ਬੁੱਝਦੇ ਹਾਂ ਜਦੋਂ ਸਾਨੂੰ ਦਰ ਦਾ ਗਿਆਨ ਹੋ ਜਾਂਦਾ ਹੈ। ਦਰ ਦਾ ਗਿਆਨ ਉਸ ਨੂੰ ਹੁੰਦਾ ਹੈ ਜਿਸ ਦੀ ਮਾਲਕ ਆਪ ਹਉਮੈ ਕੱਟਦਾ ਹੈ। ਤੇ ਅਸੀਂ ਇਸ ਵਾਲੇ ਰਸਤੇ ਨੂੰ, ਜਿਹੜਾ ਸਾਡਾ ਸੱਜਾ ਪਾਸਾ ਹੈ ਧਰਮਰਾਜ ਵਾਲਾ ਪਾਸਾ, ਇਸ ਨੂੰ ਆਪਾਂ ਛੱਡਣਾ ਹੁੰਦਾ ਹੈ। ਇਹ ਭਉਜਲ ਸਾਗਰ ਜਿਹੜਾ ਹੈ, ਇਹ ਸਾਡੇ ਲਈ ਅੰਮ੍ਰਿਤ ਸਰੋਵਰ ਬਣ ਜਾਂਦਾ ਹੈ ਜਦੋਂ ਅਸੀਂ ਆਪਣੇ ਮਨ ਦੀ ਪਛਾਣ ਕਰ ਲੈਂਦੇ ਹਾਂ। ਤੇ ਕਿਵੇਂ ਅਸੀਂ ਮਾਲਕ ਨੂੰ ਪਛਾਣਨਾ ਹੈ, ਕਿਵੇਂ ਅਸੀਂ ਉਸ ਦੇ ਦਰ ਤੇ ਬੈਠ ਕੇ ਅਰਜ਼ੋਈ ਕਰਨੀ ਹੈ, ਤਾਂ ਜੋ ਅਸੀਂ ਉਸ ਦੇ ਮਨ ਨੂੰ ਪਾਈਏ ਤੇ ਅਸੀਂ ਵੀ ਇਸ ਉੱਚੇ ਥਾਂ ਤੇ ਜਾ ਕੇ ਵਸ ਸਕੀਏ, ਉਸ ਮਾਲਕ ਨੂੰ ਪਛਾਣ ਸਕੀਏ, ਉਸ ਮਾਲਿਕ ਦੇ ਨਾਲ ਇੱਕਮਿਕ ਹੋ ਸਕੀਏ। ਤੇ ਇਤਨੀ ਕੁ ਵਿਚਾਰ ਕਰਦੇ ਹੋਏ, ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਜੀ ਤੇ ਸੰਗਤ ਜੀ ਤੇ ਸਤਿਗੁਰ ਜੀ ਬਖਸ਼ਣ ਜੋਗੋ ਬਖਸ਼ ਲੈਣਾ ਜੀ। ਮਾਲਕ ਬਖਸ਼ੇ ਤੇ ਅਸੀਂ ਵੀ ਇਸ ਉੱਚੀ ਥਾਂ ਤੇ ਵਚ ਸਕੀਏ। ਇਹ ਵੱਡ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਏ। ਜੇ ਕਿਸੇ ਭੈਣ ਜਾਂ ਵੀਰ ਨੇ ਹੋਰ ਵਿਚਾਰ ਕਰਨੀ ਹੋਵੇ ਇਸ ਦੇ ਪਰਥਾਏ, ਤਾਂ ਆਪ ਜੀ ਮੈਸੇਜ ਰਾਹੀਂ ਵਿਚਾਰ ਕਰ ਸਕਦੇ ਹੋ, ਪ੍ਰੋਫਾਈਲ ਤੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।